Good morning, student. Today we will discuss about our next chapter, that is controlling. बच्चे controlling ਕੀ ਹੁੰਦਾ ਹੈਗਾ, ठीक है। हर ऑर्गेनाइजेशन लिमिटेड रिसोर्सिस नाल मोस्ट एफिशिएंट मैनर ਵਿੱਚ ਕੰਮ ਕਰਨਾ ਚਾਹੁੰਦੀ ਹੈਗੀ ਹੈ। ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਕੰਟਰੋਲਿੰਗ ਦੀ ਲੋੜ ਪੈਂਦੀ ਹੈਗੀ ਹੈ, ਠੀਕ ਹੈ। ਹੁਣ ਬੱਚੇ ਕੰਟਰੋਲਿੰਗ ਕੀ ਹੈਗਾ? ਇਹ ਕੰਟਰੋਲਿੰਗ ਇੱਕ ਪ੍ਰੋਸੈਸ ਹੈਗਾ ਜਿਸ ਵਿੱਚ ਜੋ ਸਾਡੇ ਪ੍ਰੀ ਡਿਟਰਮਾਈਨਡ ਸਟੈਂਡਰਡਸ ਹੈਗੇ ਆ ਉਹਨਾਂ ਨੂੰ ਐਕਚੁਅਲ ਰਿਜ਼ਲਟ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈਗਾ, ਠੀਕ ਹੈ। ਕੰਟਰੋਲਿੰਗ ਵਿੱਚ ਕੰਮ ਕਰਨ ਤੋਂ ਪਹਿਲਾਂ ਉਸ ਕੰਮ ਦੀ ਪਰਫਾਰਮੈਂਸ ਲਈ ਸਟੈਂਡਰਡ ਕਰ ਦਿੱਤੇ ਜਾਂਦੇ ਹੈਗੇ ਆ, ਠੀਕ ਹੈ। ਸਟੈਂਡਰਡ ਜਿਹੜੇ ਹੈਗੇ ਉਹ ਸੈੱਟ ਕਰ ਦਿੱਤੇ ਜਾਂਦੇ ਹੈਗੇ ਆ, ਫਿਰ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ। ਫਿਰ ਜਿਹੜੀ ਐਕਚੁਅਲ ਪਰਫਾਰਮੈਂਸ ਹੈਗੀ ਹੈ ਉਹ ਦੇਖੀ ਜਾਂਦੀ ਹੈਗੀ ਹੈ। ਫਿਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜੋ ਸਟੈਂਡਰਡ ਸੈੱਟ ਕੀਤਾ ਗਿਆ ਸੀਗਾ ਉਸ ਨੂੰ ਐਕਚੁਅਲ ਪਰਫਾਰਮੈਂਸ ਨਾਲ ਕੰਪੇਅਰ ਕਰਿਆ ਜਾਂਦਾ ਹੈਗਾ, ਠੀਕ ਹੈ। ਅਗਰ ਜੇ ਐਕਚੁਅਲ ਪਰਫਾਰਮੈਂਸ ਸਟੈਂਡਰਡ ਅਕੋਰਡਿੰਗ ਵਿੱਚ ਕੋਈ ਡਿਵੀਏਸ਼ਨ ਆਉਂਦੀ ਹੈਗੀ ਹੈ ਦੈਨ ਉਹਨਾਂ ਦੇ ਕਰੈਕਟਿਵ ਐਕਸ਼ਨਸ ਲਏ ਜਾਂਦੇ ਹੈਗੇ। ਇਹ ਸਾਰਾ ਚੀਜ਼ਾਂ ਨੂੰ ਕਿਹਾ ਜਾਂਦਾ ਹੈਗਾ? ਕੰਟਰੋਲਿੰਗ ਕਿਹਾ ਜਾਂਦਾ ਹੈ ਬੱਚੇ, ठीक है। अगे है बच्चे करैक्टरिस्टिक्स ऑफ कंट्रोलिंग। फर्स्ट पॉइंट है कंटीन्यूअस एक्टिविटी। कंट्रोलिंग मैनेजमेंट के हर एक लैवल ते परफॉर्म की जाती हैगी है। एक मैनेजर रेगूलरली ये डिटरमाइन करता रहता है कि परफॉर्मेंस प्लैनस या स्टैंडर्ड अकॉर्डिंग हैगी है कि नहीं हैगी। दैन नैक्सट है बच्चे फॉरवर्ड लुकिंग। कंट्रोलिंग विच वेरीअस मीनस डिज़ाइन किए जाते हैं ਤਾਂ ਜੋ ਫਿਊਚਰ ਆਪਰੇਸ਼ਨਸ ਨੂੰ ਕੰਟਰੋਲ ਕੀਤਾ ਜਾ ਸਕੇ, ਠੀਕ ਹੈ। ਕੰਟਰੋਲਿੰਗ ਵਿੱਚ ਪਾਸਟ ਨੂੰ ਬੇਸ ਰੱਖ ਕੇ ਫਿਊਚਰ ਨੂੰ ਕੰਟਰੋਲ ਕੀਤਾ ਜਾਂਦਾ ਹੈਗਾ। ਥਰਡ ਹੈਗਾ ਬੱਚੇ ਮੈਨੇਜੀਰੀਅਲ ਫੰਕਸ਼ਨ। ਹੁਣ ਕੰਟਰੋਲਿੰਗ ਮੈਨੇਜਮੈਂਟ ਦਾ ਇੱਕ ਬੇਸਿਕ ਫੰਕਸ਼ਨ ਹੈਗਾ। ਜਿਵੇਂ ਮੈਨੇਜਮੈਂਟ ਦੇ ਦੂਸਰੇ ਫੰਕਸ਼ਨ ਹੈ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਉਸ ਤਰ੍ਹਾਂ ਹੀ ਕੰਟਰੋਲਿੰਗ ਦੇ ਨਾਲ ਪਰਫਾਰਮ ਕੀਤੇ ਜਾਂਦੇ ਸਾਰੇ ਫੰਕਸ਼ਨਸ, ਠੀਕ ਹੈ। दैन कंट्रोलिंग इज़ रिलेटिड टू प्लैनिंग। ਜਿਹੜਾ ਬੱਚੇ ਕੰਟਰੋਲਿੰਗ ਹੈਗਾ ਉਹ ਪਲੈਨਿੰਗ ਦੇ ਨਾਲ ਰਿਲੇਟ ਕਰਦਾ ਹੈਗਾ। ਕੰਟਰੋਲਿੰਗ ਨੂੰ ਪਲੈਨਿੰਗ ਤੋਂ ਬਿਨਾਂ ਐਕਸਰਸਾਈਜ਼ ਨਹੀਂ ਕੀਤਾ ਜਾ ਸਕਦਾ ਨਾ। ਜਿਹੜੀ ਪਲੈਨਿੰਗ ਹੈਗੀ ਹੈ ਉਹ ਕੰਟਰੋਲਿੰਗ ਤੋਂ ਬਿਨਾਂ ਮੀਨਿੰਗਲੈਸ ਹੈਗੀ ਹੈ ਅਤੇ ਕੰਟਰੋਲਿੰਗ ਪਲੈਨਿੰਗ ਤੋਂ ਬਿਨਾਂ, ਠੀਕ ਹੈ। ਜਿੱਦਾਂ ਐਗਜ਼ਾਮਪਲ ਲੈ ਲੈਂਦੇ ਹੈਗੇ ਆ, ਅਗਰ ਇੱਕ ਮੈਨੇਜਰ ਪਲਾਨ ਕਰਕੇ ਸਟੈਂਡਰਡ ਸੈੱਟ ਨਹੀਂ ਕਰਦਾ ਤਾਂ ਐਕਚੁਅਲ ਪਰਫਾਰਮੈਂਸ ਨੂੰ ਸਟੈਂਡਰਡ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਅਤੇ ਅਗਰ ਐਕਚੁਅਲ ਪਰਫਾਰਮੈਂਸ ਨਹੀਂ ਦੇਖੀ ਜਾਂਦੀ ਤਾਂ ਜੋ ਪਲਾਨ ਕਰਕੇ ਸਟੈਂਡਰਡ ਸੈੱਟ ਕੀਤੇ ਗਏ ਸੀਗੇ ਉਹ ਮੀਨਿੰਗਲੈਸ ਹੋ ਜਾਂਦੇ ਹੈਗੇ। ਤਾਂ ਕਰਕੇ ਇਹ ਦੋਨੋਂ ਚੀਜ਼ਾਂ ਰਿਲੇਟ ਕਰਦੀਆਂ ਇੱਕ ਦੂਜੇ ਨਾਲ। ਦੈਨ ਨੈਕਸਟ ਪੁਆਇੰਟ ਹੈ ਐਸੈਂਸ ਆਫ ਕੰਟਰੋਲ ਇਜ਼ ਐਕਸ਼ਨ। ਹੁਣ ਜੇਕਰ ਪਲਾਨ ਅਤੇ ਐਕਚੁਅਲ ਪਰਫਾਰਮੈਂਸ ਵਿੱਚ ਕੋਈ ਡੇਵੀਏਸ਼ਨ ਜਾਂ ਡਿਫਰੈਂਸ ਆਉਂਦੀ ਹੈਗੀ ਹੈ ਤਾਂ ਜਿਸ ਕਰਕੇ ਇਹ ਡਿਫਰੈਂਸ ਜਾਂ ਪਰਫਾਰਮੈਂਸ ਵਿੱਚ ਕਮੀ ਆਈ ਹੈਗੀ ਹੈ ਉਸ ਨੂੰ ਠੀਕ ਕਰਨ ਲਈ ਐਕਸ਼ਨ ਲੈਣੇ ਪੈਂਦੇ ਹੈਗੇ ਹੈ ਅਤੇ ਇਹ ਇਨਸ਼ੋਰ ਕੀਤਾ ਜਾਂਦਾ ਹੈਗਾ ਕਿ ਫਿਊਚਰ ਵਿੱਚ ਜਿਹੜੀ ਪਰਫਾਰਮੈਂਸ ਹੈਗੀ ਹੈ ਉਹਦੇ ਵਿੱਚ ਕੋਈ ਵੀ ਕਮੀ ਨਾ ਆਵੇ, ਠੀਕ ਹੈ। ਦੈਨ ਬੱਚੇ ਤੁਹਾਡੇ ਕੋਲ ਹੈਗੇ ਪ੍ਰੀ ਰਿਕੁਇਜ਼ਿਟਸ ਆਫ ਗੁੱਡ ਕੰਟਰੋਲ ਸਿਸਟਮਸ। ਇਹਦਾ ਮਤਲਬ ਹੈਗਾ ਬੱਚੇ, ਇਸ ਦਾ ਮਤਲਬ ਹੈਗਾ ਕਿ ਇੱਕ ਵਧੀਆ ਕੰਟਰੋਲ ਸਿਸਟਮ ਬਣਾਉਣ ਲਈ ਆਰਗੇਨਾਈਜੇਸ਼ਨ ਵਿੱਚ ਕਿੰਨਾ ਚੀਜ਼ਾਂ ਦਾ ਹੋਣਾ ਜ਼ਰੂਰੀ ਹੈਗਾ, ਠੀਕ ਹੈ। ਕਿਹੜੀ ਚੀਜ਼ਾਂ ਦਾ ਹੋਣਾ ਜ਼ਰੂਰੀ ਹੈਗਾ? ਫਰਸਟ ਹੈਗਾ ਬੱਚੇ ਸੂਟੇਬਿਲਿਟੀ, ਠੀਕ ਹੈ। ਹੁਣ ਜਿਹੜਾ ਕੰਟਰੋਲਿੰਗ ਸਿਸਟਮ ਅਸੀਂ ਅਡੋਪਟ ਕਰਨਾ ਹੈਗਾ ਉਹ ਸੂਟ ਕਰਦਾ ਹੋਵੇ ਸਾਡੀ ਆਰਗੇਨਾਈਜੇਸ਼ਨ ਦੀ ਰਿਕੁਆਇਰਮੈਂਟਸ ਨੂੰ, ਠੀਕ ਹੈ। ਪ੍ਰੀ ਰਿਕੁਇਜ਼ਾਈਟਸ ਵਿੱਚ ਕਿਆ ਦੱਸਿਆ ਗਿਆ ਹੈਗਾ ਕਿ ਇਸ ਦਾ ਮਤਲਬ ਹੈਗਾ ਕਿ ਇੱਕ ਵਧੀਆ ਕੰਟਰੋਲ ਸਿਸਟਮ ਬਣਾਉਣ ਲਈ ਆਰਗੇਨਾਈਜੇਸ਼ਨ ਵਿੱਚ ਕਿੰਨਾ ਚੀਜ਼ਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਪਹਿਲਾ ਪੁਆਇੰਟ ਹੈਗਾ ਬੱਚੇ ਸੂਟੇਬਿਲਿਟੀ। ਸੂਟੇਬਿਲਿਟੀ ਵਿੱਚ ਹੈਗਾ ਜਿਹੜਾ ਕੰਟਰੋਲਿੰਗ ਸਿਸਟਮ ਅਸੀਂ ਅਡੋਪਟ ਕਰਨਾ ਹੈਗਾ ਉਹ ਸੂਟ ਕਰਦਾ ਹੋਵੇ ਸਾਡੀ ਆਰਗੇਨਾਈਜੇਸ਼ਨ ਦੀ ਰਿਕੁਆਇਰਮੈਂਟਸ ਨੂੰ, ਠੀਕ ਹੈ। ਨੈਕਸਟ ਹੈਗਾ ਬੱਚੇ ਫਲੈਕਸੀਬਿਲਿਟੀ। ਹੁਣ ਸਾਡੀ ਜਿਹੜਾ ਕੰਟਰੋਲ ਸਿਸਟਮ ਅਸੀਂ ਅਡੋਪਟ ਕਰਿਆ ਹੈਗਾ ਉਹ ਕਿਆ ਹੋਣਾ ਚਾਹੀਦਾ ਹੈ? ਫਲੈਕਸੀਬਲ ਹੋਣਾ ਚਾਹੀਦਾ ਹੈ ਅਕੋਰਡਿੰਗ ਟੂ ਨੀਡ ਆਫ ਸਾਡੀ ਸਿਚੁਏਸ਼ਨਸ, ਠੀਕ ਹੈ। ਜਿੱਦਾਂ ਦੀ ਬਿਜ਼ਨਸ ਨੂੰ ਲੋੜ ਹੈ ਜਾਂ ਆਰਗੇਨਾਈਜੇਸ਼ਨ ਨੂੰ ਲੋੜ ਹੈਗਾ ਉਸ ਦੇ ਅਕੋਰਡਿੰਗਲੀ ਹੋਣਾ ਚਾਹੀਦਾ ਹੈ। ਤਾਂ ਕਰਕੇ ਇਹ ਕਿਆ ਹੋਣਾ ਚਾਹੀਦਾ? ਰਿਜਿਡ ਨਹੀਂ ਹੋਣਾ ਚਾਹੀਦਾ, ਫਲੈਕਸੀਬਲ ਹੋਣਾ ਚਾਹੀਦਾ ਹੈਗਾ। ਨੈਕਸਟ ਹੈਗਾ ਬੱਚੇ ਸਿੰਪਲਿਸਿਟੀ। ਜਿਹੜਾ ਸਾਡਾ ਕੰਟਰੋਲ ਸਿਸਟਮ ਹੈ ਉਹ ਕਿਆ ਹੋਣਾ ਚਾਹੀਦਾ? ਸਿੰਪਲ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਅੰਡਰਸਟੈਂਡੇਬਲ ਹੋਣਾ ਚਾਹੀਦਾ ਹੈ, ਠੀਕ ਹੈ।
ਤਾਂ ਉਹ ਈਜ਼ੀਲੀ ਅੰਡਰਸਟੈਂਡੇਬਲ ਹੋਵੇ ਸਾਰੇ ਆਰਗੇਨਾਈਜੇਸ਼ਨਸ ਦੇ ਪਰਸਨਸ ਨੂੰ। ਦੈਨ ਇਕੋਨਮੀ, ਜਿਹੜਾ ਕੰਟਰੋਲ ਸਿਸਟਮ ਹੈਗਾ ਹੈ ਉਹ ਕਿਆ ਹੋਣਾ ਚਾਹੀਦਾ, ਇਕੋਨੋਮਿਕਲ ਹੋਣਾ ਚਾਹੀਦਾ, ਰਿਲੇਟਿਡ ਟੂ ਚਾਹੇ ਕਾਸਟ ਹੈਗਾ ਹੈ ਚਾਹੇ ਰਿਲੇਟਿਡ ਟੂ ਟਾਈਮ ਹੈਗਾ ਹੈ। ਦੈਨ ਬੱਚੇ ਕੁਇਕ ਰਿਪੋਰਟਿੰਗ, ਹੁਣ ਕੰਟਰੋਲਿੰਗ ਵਿੱਚ ਡੇਵੀਏਸ਼ਨਸ ਨੂੰ ਠੀਕ ਕਰਨ ਲਈ ਜਾਂ ਰੈਕਟੀਫਾਈ ਕਰਨ ਲਈ ਕਰੈਕਟਿਵ ਐਕਸ਼ਨ ਲਿੱਤੇ ਜਾਂਦੇ ਹੈਗੇ ਆ, ਠੀਕ ਹੈ। ਇਸ ਲਈ ਇਸ ਵਿੱਚ ਕੁਇਕ ਰਿਪੋਰਟਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਟਾਈਮਲੀ ਕਰੈਕਟਿਵ ਡਿਸੀਜਨ ਲਿੱਤੇ ਜਾ ਸਕਣ, ਠੀਕ ਹੈ। ਅੱਗੇ ਬੱਚੇ ਐਪਰੋਪਰੀਏਟ ਐਂਡ ਐਡੂਕੇਟ, ਜਿਹੜਾ ਕੰਟਰੋਲ ਸਿਸਟਮ ਹੈਗਾ ਹੈ ਉਹ ਸਾਡੇ ਓਬਜੈਕਟਿਵਸ ਅਕੋਰਡਿੰਗਲੀ ਸੈੱਟ ਕੀਤਾ ਜਾਣਾ ਚਾਹੀਦਾ ਹੈ, ਠੀਕ ਹੈ। ਤਾਂ ਉਹ ਕਿਆ ਹੋਣਾ ਚਾਹੀਦਾ ਹੈਗਾ, ਮੈਨੇਜਮੈਂਟ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਵਿੱਚ ਹੈਲਪ ਕਰਾਵੇ, ਠੀਕ ਹੈ। ਤਾਂ ਉਹ ਐਪਰੋਪਰੀਏਟ ਹੋਣਾ ਚਾਹੀਦਾ ਅਤੇ ਐਡੂਕੇਟ ਹੋਣਾ ਚਾਹੀਦਾ ਹੈ। ਦੈਨ ਫਾਰਵਰਡ ਲੁਕਿੰਗ, ਹੁਣ ਬੱਚੇ ਅਸੀਂ ਜਿਹੜਾ ਫਿਊਚਰ ਲਈ ਅਸੀਂ ਕਰੈਕਟਿਵ ਐਕਸ਼ਨ ਆਉਂਦੇ ਹੈਗੇ ਆ ਜਾਂ ਲੈਂਦੇ ਹੈਗੇ ਆ, ਠੀਕ ਹੈ। ਤਾਂ ਇਹ ਕਿਆ ਹੈਗਾ, ਕੰਟਰੋਲ ਜਿਹੜਾ ਸਾਡਾ ਸਿਸਟਮ ਹੈਗਾ ਇਹ ਕਿਆ ਹੋਣਾ ਚਾਹੀਦਾ ਹੈਗਾ, ਫਾਰਵਰਡ ਲੁਕਿੰਗ ਹੋਣਾ ਚਾਹੀਦਾ, ਕਿਉਂਕਿ ਕੰਟਰੋਲਿੰਗ ਕਿਸ ਲਈ ਕਰੀ ਜਾਂਦੀ ਹੈਗੀ ਹੈ, ਅਸੀਂ ਫਿਊਚਰ ਲਈ ਹੀ ਅਸੀਂ ਸਾਰੇ ਕਰੈਕਟਿਵ ਐਕਸ਼ਨਸ ਲੈਂਦੇ ਹੈਗੇ ਆ। ਦੈਨ ਮੋਟੀਵੇਟਿੰਗ, ਹੁਣ ਕੰਟਰੋਲ ਸਿਸਟਮ ਇਸ ਤਰੀਕੇ ਦਾ ਹੋਣਾ ਚਾਹੀਦਾ ਹੈਗਾ ਜੋ ਇੰਪਲੋਈ ਨੂੰ ਫਿਊਚਰ ਵਿੱਚ, ਠੀਕ ਹੈ, ਆਪਣੀ ਜਿਹੜੀ ਗਲਤੀ ਕਰਨ ਪ੍ਰੀਵੈਂਟ ਕਰੇ, ਠੀਕ ਹੈ। ਹੁਣ ਕੰਟਰੋਲ ਇਹਦੇ ਵਿੱਚ ਕਿਆ ਹੈਗਾ ਬੱਚੇ, ਮੋਟੀਵੇਟਿੰਗ 'ਚ ਕਿ ਕੰਟਰੋਲ ਸਿਸਟਮ ਇੱਕ ਇਸ ਤਰੀਕੇ ਦਾ ਹੋਣਾ ਚਾਹੀਦਾ ਹੈਗਾ ਜੋ ਇੰਪਲੋਈ ਨੂੰ ਫਿਊਚਰ ਵਿੱਚ, ਠੀਕ ਹੈ, ਜਿਹੜੀ ਦੁਬਾਰਾ ਗਲਤੀ ਕਰਨ ਤੋਂ ਪ੍ਰੀਵੈਂਟ ਕਰੇ, ਨਾ ਕਿ ਇੰਪਲੋਈ ਨੂੰ ਪਨਿਸ਼ ਕਰੇ, ਠੀਕ ਹੈ। ਇਸ ਤਰ੍ਹਾਂ ਗਲਤੀ ਤੋਂ ਪ੍ਰੀਵੈਂਟ ਕਰਕੇ ਕੰਟਰੋਲਿੰਗ ਸਿਸਟਮ ਇੰਪਲੋਈ ਨੂੰ ਮੋਟੀਵੇਟ ਕਰਨ ਵਾਲਾ ਹੋਣਾ ਚਾਹੀਦਾ ਹੈਗਾ। ਦੈਨ ਹੈਗਾ ਬੱਚੇ ਵਾਈਡਰ ਐਕਸੈਪਟੇਬਿਲਿਟੀ, ਹੁਣ ਇਹਦੇ ਵਿੱਚ ਕਿਆ ਹੈਗਾ ਬੱਚੇ, ਇੱਦਾਂ ਦਾ ਕੰਟਰੋਲ ਸਿਸਟਮ ਹੋਣਾ ਚਾਹੀਦਾ ਹੈਗਾ ਜਿਸ ਨੂੰ ਆਰਗੇਨਾਈਜੇਸ਼ਨ ਵਿੱਚ ਸਾਰੇ ਐਕਸੈਪਟ ਕਰਨ, ਠੀਕ ਹੈ। ਅੱਗੇ ਬੱਚੇ ਤੁਹਾਡੇ ਕੋਲ ਹੈਗੇ ਆ ਸਟੈਪਸ ਇਨ ਕੰਟਰੋਲਿੰਗ ਸਿਸਟਮ। ਫਰਸਟ ਹੈਗਾ ਸੈਟਿੰਗ ਸਟੈਂਡਰਡ, ਸੈਕਿੰਡ ਹੈਗਾ ਐਕਚੁਅਲ ਪਰਫੋਰਮੈਂਸ ਨੂੰ ਮੈਜਰ ਕਰਨਾ, ਥਰਡ ਨੂੰ ਐਕਚੁਅਲ ਨਾਲ ਕੰਪੇਅਰ ਕਰਨਾ ਸਟੈਂਡਰਡ ਦੇ ਨਾਲ, ਦੈਨ ਫੋਰਥ ਟੇਕਿੰਗ ਕਰੈਕਟਿਵ ਐਕਸ਼ਨ। ਬੱਚੇ ਸਟੈਪਸ ਹੈਗੇ ਕੰਟਰੋਲਿੰਗ ਪ੍ਰੋਸੈਸ ਦੇ। ਫਰਸਟ ਹੈਗਾ ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਹੈਗਾ, ਆਪਣਾ ਸਟੈਂਡਰਡ ਸੈਟਅਪ ਕਰਨਾ ਹੈਗਾ ਕਿ ਸਾਡਾ ਆਹ ਸਟੈਂਡਰਡ ਹੈਗਾ, ਠੀਕ ਹੈ। ਅਤੇ ਸੈਕਿੰਡ ਹੈਗਾ ਉਹਨੂੰ ਮੈਜਰ ਕਰਨਾ ਐਕਚੁਅਲ ਪਰਫੋਰਮੈਂਸ ਨਾਲ ਕਿ ਤੁਸੀਂ ਐਕਚੁਅਲੀ ਉਹਨੂੰ ਕਿੰਨਾ ਅਚੀਵ ਕਰ ਪਾਏ। ਦੈਨ ਥਰਡ ਹੈਗਾ ਤੁਸੀਂ ਕੰਪੇਅਰ ਕਰਨਾ ਕਿ ਅਸੀਂ ਕਿੰਨਾ ਸੋਚਿਆ ਸੀਗਾ ਅਤੇ ਜਿੰਨਾ ਰਿਜ਼ਲਟ ਆਇਆ ਵਾ ਉਹ ਦੋਨਾਂ ਨੂੰ ਕੰਪੇਅਰ ਕਰਨਾ ਕਿ ਕਿੰਨਾ ਕੁ ਜੇ ਡੇਵੀਏਸ਼ਨਸ ਆਈਆਂ ਹੈਗੀਆਂ ਤਾਂ ਕਿੰਨੀਆਂ ਕੁ ਆਈਆਂ ਹੈਗੀਆਂ, ਠੀਕ ਹੈ। ਦੈਨ ਨੈਕਸਟ ਹੈਗਾ ਟੇਕਿੰਗ ਕਰੈਕਟਿਵ ਐਕਸ਼ਨਸ, ਫਿਰ ਜੇ ਡੇਵੀਏਸ਼ਨਸ ਆਈਆਂ ਹੈਗੀਆਂ ਉਸ ਲਈ ਅਸੀਂ ਉਹਨੂੰ ਕਿੱਦਾਂ ਠੀਕ ਕਰਿਆ ਜਾ ਸਕੇ। ਐਗਜ਼ਾਮਪਲ ਲੈਂਦੇ ਆ ਬੱਚੇ, ਜਿੱਦਾਂ ਇੱਕ ਆਰਗੇਨਾਈਜੇਸ਼ਨ ਹੈ ਉਹਨੇ ਸਟੈਂਡਰਡ ਸੈੱਟ ਕਰਿਆ ਸੀ ਕਿ ਅਸੀਂ ਇਸ ਮੰਥ ਵਿੱਚ 100 ਯੂਨਿਟਸ ਪ੍ਰੋਡਿਊਸ ਕਰਨੀ ਹੈ, ਬਟ ਉਹ ਯੂਨਿਟਸ ਦੇਖੋ ਸਪੋਜ਼ ਕਰੋ ਉਹ 80 ਯੂਨਿਟਸ ਪ੍ਰੋਡਿਊਸ ਕਰ ਪਾਏ, ਠੀਕ ਹੈ। ਤਾਂ ਸਟੈਂਡਰਡ ਕਿੰਨਾ ਸੀਗਾ ਉਹਨਾਂ ਦਾ 100 ਦਾ ਸੀਗਾ, ਬਟ ਐਕਚੁਅਲ ਪਰਫੋਰਮੈਂਸ ਕਿੰਨਾ ਦੇ ਪਾਏ, ਉਹ 80 ਦੀ ਦੇ ਪਾਏ। ਹੁਣ ਦੋਨਾਂ ਦੇ ਵਿੱਚ ਗੈਪ ਕਿੰਨਾ ਹੈਗਾ, 100 ਮਾਈਨਸ 80, 20 ਦਾ ਡੇਵੀਏਸ਼ਨਸ ਆ ਗਈਆਂ। ਤਾਂ ਇਸ ਦੇ ਲਈ ਉਹ ਕਰੈਕਟਿਵ ਐਕਸ਼ਨਸ ਲਉਂਗੇ ਕਿ ਕਿਉਂ ਕਮੀ ਆਈ, ਠੀਕ ਹੈ, ਕਿਆ ਰੀਜ਼ਨ ਹੈਗਾ ਕਿ ਅਸੀਂ ਜਿੰਨਾ ਸਟੈਂਡਰਡ ਸੈੱਟ ਕਰਿਆ ਸੀਗਾ ਉੱਥੇ ਤੱਕ ਨਹੀਂ ਪਹੁੰਚ ਪਾਏ।